ਤੇ ਈਡੀ ਉਦੋਂ ਹੀ ਕਿਉਂ ਪਾਉਂਦੀ ਹੈ ਇਲੈਕਸ਼ਨਾਂ ਦੇ ਵਿੱਚ? ਮਮਤਾ ਬੈਨਰਜੀ ਤੇ ਵੀ ਆਈ ਸੀ ਈਡੀ। ਸਟਾਲਿਨ ਜਿਹੜਾ ਤਮਿਲਨਾਡੂ ਦਾ ਚੀਫ ਮਿਨਿਸਟਰ, ਉਹਦੇ ਪਰਿਵਾਰ ਨੂੰ ਵੀ ਫੜਿਆ ਸੀ, ਤੇ ਇਹਦੇ 'ਚ ਇਹਨੂੰ ਵੀ ਫੜ ਲੈਣ। ਤਾਂ ਬੜੀਆਂ ਮੇਰੀਆਂ ਇੰਟਰਵਿਊਜ਼ ਲੈਂਦਾ ਰਿਹਾ ਔਰ ਬੜੀਆਂ ਸਖਤ ਵੀ ਇੰਟਰਵਿਊਜ਼ ਹੁੰਦੀਆਂ ਰਹੀਆਂ ਨੇ। ਕੈਪਟਨ ਸਾਹਿਬ ਕਹਿੰਦੇ ਨੇ ਕਿ ਮੀਰਾ ਰੰਧਾਵਾ ਨੇ ਕੀ ਸਾਥ ਦਿੱਤਾ। ਇੱਕ ਦੋ ਚੀਜ਼ਾਂ ਅੱਜ ਦੱਸ ਦਿਓ, ਅਸੀਂ ਵੀ ਪਹੁੰਚਾ ਦਾਂਗੇ ਉਹਨਾਂ ਤੱਕ ਕਿ ਉਹ ਕਹਿੰਦੇ ਨੇ ਕਿ ਮੈਨੂੰ ਰੰਧਾਵਾ ਦੱਸਣ ਮੇਰਾ ਕਿੰਨਾ ਸਾਥ ਦਿੱਤਾ, ਕਿੱਥੇ ਦਿੱਤਾ। ਇੱਕ ਪ੍ਰੈਸ ਕਾਨਫਰੰਸ ਮੈਂ ਉਹਨਾਂ ਨੂੰ ਕਹਿੰਦਾ ਕਿ ਉਹ ਮੇਰੇ ਸਾਹਮਣੇ ਬੈਠ ਕੇ ਤੁਹਾਡੇ ਚੈਨਲ ਤੇ ਆ ਜਾਣ। ਮੇਰੇ ਘਰੇ 69 ਸੈਕਟਰ 'ਚ ਬੈਠ ਕੇ ਕੈਪਟਨ ਅਮਰਿੰਦਰ ਸਿੰਘ, ਅਸੀਂ ਸਿਰਫ 14 ਬੰਦੇ ਇਹਨਾਂ ਦੇ ਨਾਲ ਖੜੇ ਸੀਗੇ, ਹੋਰ ਇਹਨੂੰ ਸਾਰੇ ਛੱਡ ਗਏ ਸੀ, ਤੇ ਹੋਰ ਇਹਦਾ ਕੀ ਸਾਥ ਦਿੰਦੇ। ਕੀ ਲੱਗਦਾ ਤੁਸੀਂ ਨਿੱਜੀ ਤੌਰ ਤੇ ਕਿਹਨੂੰ ਮੰਨਦੇ ਹੋ ਕਿ ਮੁੱਖ ਮੰਤਰੀ ਦਾ ਚਿਹਰਾ ਹੋਣਾ ਚਾਹੀਦਾ? ਜਿਸ ਦਿਨ ਇਹਨਾਂ ਨੂੰ ਪ੍ਰਧਾਨ ਬਣਾਉਣਾ ਸੀ, ਉਸ ਦਿਨ ਸੋਨੀਆ ਗਾਂਧੀ ਜੀ ਨੇ ਕਿਹਾ ਕਿ ਮੈਂ ਇਹਨੂੰ ਪ੍ਰੈਜ਼ੀਡੈਂਟ ਨਹੀਂ ਬਣਾਵਾਂਗੀ। ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖ ਸਰਕਾਰੀਆ, ਸੁਖਜਿੰਦਰ ਸਿੰਘ ਰੰਧਾਵਾ ਔਰ ਅਸੀਂ 2-3 ਹੋਰ ਸੀਗੇ। ਮੈਂ ਉਸ ਟਾਈਮ ਕਿਹਾ ਸੀ ਕਿ ਜੇ ਤੁਸੀਂ ਉਹਨਾਂ ਨੂੰ ਨਹੀਂ ਬਣਾਵੋਗੇ ਤੇ ਅਸੀਂ ਹੱਥ ਜੋੜ ਦਿੰਦੇ ਹਾਂ ਜੀ। ਦ ਸਮਰ ਨਿਊਜ਼ ਤੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਤਪਨ ਮਲਹੋਤਰਾ। ਹਰ ਹਲਕੇ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ, ਲੋਕਾਂ ਨਾਲ ਵੀ ਗੱਲਬਾਤ ਕਰ ਰਹੇ ਹਾਂ ਕਿ ਤੁਹਾਡੇ ਲੀਡਰਾਂ ਨੇ ਤੁਹਾਡੇ ਨਾਲ ਵਾਅਦੇ ਕੀਤੇ ਸੀ, ਦਾਅਵੇ ਕੀਤੇ ਸੀ, ਕਿੰਨੇ ਕੁ ਉਹਦੇ ਤੇ ਖਰੇ ਉਤਰੇ ਨੇ। ਇਸ ਵਕਤ ਸਾਡੇ ਨਾਲ ਪੰਜਾਬ ਦੇ ਡਿਪਟੀ ਸੀਐਮ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ। ਅੱਜ ਅਸੀਂ ਉਹਨਾਂ ਦੇ ਹਲਕੇ ਦੇ ਵਿੱਚ ਪਹੁੰਚੇ ਹਾਂ, ਡੇਰਾ ਬਾਬਾ ਨਾਨਕ। ਰੰਧਾਵਾ ਸਾਹਿਬ, ਕਿੰਨੀ ਤਿਆਰੀ ਹੈ, ਕੀ ਲੱਗਦਾ, ਕੀ ਮਾਹੌਲ ਹੈ? ਹੁਣ ਤਾਂ ਮੈਦਾਨ ਦੇ ਵਿੱਚ 5 ਪਾਰਟੀਆਂ ਨੇ। ਦੇਖੋ, ਜਿਹੜੀਆਂ ਜ਼ਿਆਦਾ ਪਾਰਟੀਆਂ ਹੋਣਾ ਵੀ ਇੱਕ ਹੈਲਦੀ ਡੈਮੋਕ੍ਰੇਸੀ ਦਾ ਹੈਗਾ, ਔਰ ਸਾਡੀ ਪਾਰਟੀ ਦਾ, ਕਾਂਗਰਸ ਪਾਰਟੀ ਦਾ ਕਿਤੇ ਆਮ ਆਦਮੀ ਪਾਰਟੀ ਨਾਲ ਹੈ, ਕਿਤੇ ਬੀਜੇਪੀ ਨਾਲ, ਕਿਤੇ ਅਕਾਲੀ ਦਲ ਨਾਲ, ਜਿਹੜੇ ਨੇ ਵੱਖ-ਵੱਖ ਜਿਹੜੇ ਮੁਕਾਬਲੇ ਨੇ। ਔਰ ਜਿਹੜੇ ਵੱਖ-ਵੱਖ ਮੁਕਾਬਲਿਆਂ ਦੇ ਵਿੱਚ ਹਮੇਸ਼ਾ ਉਹ ਪਾਰਟੀ ਹੁੰਦੀ ਜਿਹੜੀ ਇੱਕ ਸਿੰਗਲ ਪਾਰਟੀ ਸਾਰਿਆਂ ਨਾਲ ਲੜਾਈ ਕਰਦੀ ਹੈ ਔਰ ਲੜ ਕੇ ਉਹ ਅੱਗੇ ਆਉਂਦੀ ਹੈ। ਇਹਨਾਂ ਦੀ ਵੋਟ ਡਿਵਾਈਡ ਹੋਏਗੀ। ਕਾਂਗਰਸ ਜਿਹੜੀ ਆ ਆਪਣੀਆਂ ਜਿਹੜੀ ਮੈਕਸਿਮਮ ਵੋਟਾਂ ਲੈ ਕੇ ਤੇ ਪੰਜਾਬ 'ਚ ਅਸੀਂ ਸਰਕਾਰ ਬਣਾਉਣ ਜਾ ਰਿਹਾ, ਔਰ ਇਹ ਇੱਕ ਸੱਚਾਈ ਆ। ਵੇਖੋ, ਜਿਸ ਵੇਲੇ ਵੋਟਾਂ ਪੈਣੀਆਂ ਨੇ, ਕਾਂਗਰਸ ਦੀ ਵੋਟ ਇੱਕ ਹੈ, ਬਾਕੀ ਵੱਖ-ਵੱਖ ਥਾਵਾਂ ਤੇ ਡਿਵਾਈਡ ਹੋਣੀਆਂ ਨੇ, ਤੇ ਕਾਂਗਰਸ ਆਪਣਾ ਜਿਹੜਾ ਵੋਟ ਬੈਂਕ ਆ, ਸਾਡਾ ਵੋਟ ਬੈਂਕ ਕਦੀ ਕਾਂਗਰਸ ਦਾ ਕਦੀ ਨਹੀਂ ਹਿੱਲਿਆ ਅੱਜ ਤੱਕ। ਸਭ ਜਦ ਤੱਕ ਕੈਪਟਨ ਅਮਰਿੰਦਰ ਸਿੰਘ ਸੀਗੇ, ਤੁਸੀਂ ਸਾਰੇ ਕਹਿੰਦੇ ਸੀ ਗ੍ਰਾਫ ਬਹੁਤ ਗਿਰ ਚੁੱਕਾ, ਕਿ ਹਾਰ ਵੇਖਣੀ ਪਊਗੀ, ਬੇਅਦਬੀ ਨਸ਼ੇ ਦੇ ਦੋਸ਼ੀ ਸਲਾਖਾ ਪਿੱਛੇ ਨਹੀਂ ਪਹੁੰਚੇ, ਕਿ ਸਾਫ਼-ਸਾਫ਼ ਹਾਰ ਨਜ਼ਰ ਆ ਰਹੀ ਹੈ 2022 ਦੇ ਵਿੱਚ। ਤੇ ਹੁਣ ਚਰਨਜੀਤ ਸਿੰਘ ਚੰਨੀ ਆਏ ਨੇ, ਦੋਨਾਂ ਦੇ ਕੰਪੈਰੀਜ਼ਨ ਦੇਖਿਆ ਜਾਏ ਕਿੰਨਾ ਕੁ, ਪਿਛਲਾ ਵੀ ਦੱਸੋ ਹੁਣ ਵੀ। ਉਹਦੇ 'ਚ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਚਾਹੁੰਦਾ ਕਿ ਤੁਹਾਡੇ ਸਾਹਮਣੇ ਤੂੰ ਤਪਨ ਤੋਂ ਬੜੀਆਂ ਮੇਰੀਆਂ ਇੰਟਰਵਿਊਜ਼ ਲੈਂਦਾ ਰਿਹਾ ਔਰ ਬੜੀਆਂ ਸਖਤ ਵੀ ਇੰਟਰਵਿਊਜ਼ ਹੁੰਦੀਆਂ ਰਹੀਆਂ ਨੇ। ਉਹਦੇ 'ਚ ਮੈਂ ਕਹਿੰਦਾ ਵੀ ਰਿਹਾ ਕਿ ਸਾਡੀ ਪਾਰਟੀ ਦਾ ਨੁਕਸਾਨ ਆ, ਔਰ ਅਸੀਂ ਜੋ ਲੋਕਾਂ ਨਾਲ ਵਾਅਦੇ ਕੀਤੇ ਨੇ ਉਹ ਪੂਰੇ ਨਹੀਂ ਕਰ ਰਹੇ। ਔਰ ਮੈਂ ਉਹਦੇ 'ਚ ਕਈ ਵਾਰ ਮੇਰੇ ਬਹੁਤ ਡਿਫਰੈਂਸਿਸ ਜਿਹੜੇ ਨੇ ਕੈਪਟਨ ਸਾਹਿਬ ਨਾਲ ਵੀ ਰਹੇ ਨੇ, ਤੇ ਸਾਡੇ ਇਕੱਠੇ ਵੀ ਹੋ ਜਾਂਦੇ ਰਹੇ। ਅਲਟੀਮੇਟਲੀ ਰਿਜ਼ਾਈਨ ਵੀ ਕਰਨਾ ਪਿਆ, ਔਰ ਸਾਨੂੰ ਸਾਰਿਆਂ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਅਗੇਂਸਟ ਰਿਵੋਲਟ ਕਰਨਾ ਪਿਆ। ਇੱਕ ਜ਼ਰੂਰ ਗੱਲ ਹੋਈ ਆ, ਇਹ ਰਿਵੋਲਟ ਲੇਟ ਹੋਇਆ। ਇਹ ਰਿਵੋਲਟ 1.5 ਸਾਲ ਪਹਿਲਾਂ ਹੋਣਾ ਚਾਹੀਦਾ ਸੀ। ਆ ਜਿਹੜੇ ਅੱਜ ਸਾਨੂੰ ਸਵਾਲਾਂ ਦੇ ਜਵਾਬ ਦੇਣੇ ਪੈ ਰਹੇ, ਉਹ ਨਹੀਂ ਸੀ ਦੇਣੇ ਪੈਣੇ। ਬੇਅਦਬੀ ਦੇ ਵਿੱਚ ਤੁਸੀਂ ਵੇਖਿਆ ਕਿ ਜਿਸ ਵੇਲੇ ਡਿਪਾਰਟਮੈਂਟ ਮੇਰੇ ਕੋਲ ਆਇਆ, ਸਭ ਤੋਂ ਪਹਿਲਾਂ ਉਹਨਾਂ ਦੀ ਡੇਰੇ ਵਾਲਿਆਂ ਦੇ ਹੈੱਡ ਨੂੰ, ਮੁਖੀ ਨੂੰ ਹਾਈ ਕੋਰਟ 'ਚ ਨਹੀਂ, ਸਿੱਧਾ ਕੋਰਟ 'ਚ ਜਾ ਕੇ ਉਹਦੀ ਕਸਟੋਡੀਅਲ ਇੰਟਰੋਗੇਸ਼ਨ ਮੰਗੀ ਗਈ। ਉਹਦੇ ਤੋਂ ਬਾਅਦ ਜੀ ਉੱਥੋਂ ਸਾਨੂੰ ਕਸਟੋਡੀਅਲ ਇੰਟਰੋਗੇਸ਼ਨ ਦੀ ਫਰੀਦਕੋਟ ਆਨਰੇਬਲ ਕੋਰਟ ਨੇ ਦੇ ਦਿੱਤਾ, ਤੇ ਉਹ ਹਾਈ ਕੋਰਟ ਚਲੇ ਗਏ। ਹਾਈ ਕੋਰਟ ਨੇ ਕਿਹਾ ਕਿ ਨਹੀਂ, ਤੁਸੀਂ ਜੇਲ੍ਹ 'ਚ ਜਾ ਕੇ ਇੰਟਰੋਗੇਟ ਕਰੋ। ਜੇਲ੍ਹ 'ਚ ਗਏ, ਦੁਬਾਰਾ ਫਿਰ ਜੇਲ੍ਹ 'ਚ ਗਏ, ਹੁਣ ਫਿਰ ਸਾਡੀ ਡੇਟ ਲੱਗੀ ਆ ਕਿ ਸਾਨੂੰ ਕੋਆਪਰੇਟ ਨਹੀਂ ਕੀਤਾ। ਪਰ ਕੈਪਟਨ ਸਾਹਿਬ ਦੇ ਟਾਈਮ 'ਚ ਤੇ ਇੱਕ ਵਾਰੀ ਵੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ, ਕੁੰਵਰ ਵਿਜੇ ਪ੍ਰਤਾਪ ਜੀ, ਮੈਨੂੰ ਉਹਨਾਂ ਦੀ ਇੰਟੈਗ੍ਰਿਟੀ ਤੇ ਕੋਈ ਡਾਊਟ ਨਹੀਂ, ਪਰ ਉਹਨਾਂ ਨੇ ਵੀ ਕਦੀ ਕੋਸ਼ਿਸ਼ ਨਹੀਂ ਕੀਤੀ। ਜਿਹੜੇ ਕਰਦੇ ਨੇ ਕਿ ਮੈਂ ਗੁਰੂ ਦਾ ਜਿਹੜੀ ਸੀ ਇਨਕੁਆਇਰੀ ਕਰ ਰਿਹਾ ਸੀ, ਤੇ ਪਰ ਉਹਦੇ 'ਚ ਮੈਂ ਇੱਕ ਕਹਿਣਾ ਚਾਹੁੰਦਾ ਕਿ ਗੁਰੂ ਉਹ ਬੇਅਦਬੀ ਦੀ ਨਹੀਂ ਸੀ ਕਰ ਰਹੇ ਕੁੰਵਰ ਸਾਹਿਬ, ਉਹ ਗੋਲੀ ਕਾਂਡ ਦੀ ਕਰ ਰਹੇ ਸੀ। ਪਰ ਗੋਲੀ ਕਾਂਡ ਦੇ ਬਾਵਜੂਦ ਉਹਦੇ 'ਚ ਡੇਰੇ ਦੇ ਹੈੱਡ ਦੀ ਜਿਹੜੀ ਬਿਆਨ
ਬਿਆਨ ਲੈਣਾ ਸੀ, ਬਿਆਨ ਕਿਉਂ ਨਹੀਂ ਲਿਆ ਗਿਆ, ਔਰ ਨਾ ਹੀ ਕੈਪਟਨ ਸਾਹਿਬ ਦੇ ਟਾਈਮ 'ਚ ਲਿਆ, ਉਹ ਸਾਡੀ ਸਰਕਾਰ ਨੇ ਆ ਕੇ ਲਿਆ, ਔਰ 111 ਦਿਨਾਂ ਦੀ ਸਰਕਾਰ ਨੇ ਆ ਕੇ ਇਹ ਸਾਰਾ ਕੁਝ ਕੀਤਾ। ਤੇ ਨਾਲ ਹੀ ਜਿਹੜਾ ਤੁਸੀਂ ਨਸ਼ੇ ਦੀ ਗੱਲ ਕੀਤੀ, 111 ਦਿਨਾਂ ਵਾਲੀ ਸਰਕਾਰ ਨੇ ਬਿਕਰਮ ਮਜੀਠੀਆ ਦੀ FIR ਰਜਿਸਟਰ ਕੀਤੀ, ਔਰ ਉਸ FIR ਤੇ ਪਹਿਲਾਂ ਇਹਨੂੰ ਜ਼ਮਾਨਤ ਹਾਈ ਕੋਰਟ ਚੋਂ ਮਿਲੀ, ਫਿਰ ਹਾਈ ਕੋਰਟ ਨੇ ਜ਼ਮਾਨਤ ਰਿਜੈਕਟ ਕੀਤੀ, ਫਿਰ ਉਸ ਚੀਜ਼ ਤੇ ਕਿ ਮੈਂ ਇਲੈਕਸ਼ਨ ਲੜਨੀ ਆ, ਬਿਕਰਮ ਮਜੀਤ ਸਿੰਘ ਮਜੀਠੀਆ ਉਹਦੇ ਤੇ ਉਹਨੂੰ ਪੇਪਰ ਦਾਖਲ ਕਰਨ ਤੱਕ ਮਿਲੀ, ਫਿਰ ਸੁਪਰੀਮ ਕੋਰਟ ਗਿਆ, ਫਿਰ ਉੱਥੋਂ ਜਾ ਕੇ ਕਿਹਾ ਕਿ ਟਿਲ ਇਲੈਕਸ਼ਨਸ ਇਹਦੋਂ ਅਸੀਂ ਬੇਲ ਦਿੰਦੇ ਹਾਂ, ਔਰ ਇਹ ਉਹਦੇ ਤੋਂ ਬਾਅਦ ਇਹ ਪੇਸ਼ ਹੋ ਕੇ ਥਰੂ ਕੋਰਟ ਇਹ ਲੋਅਰ ਕੋਰਟ 'ਚ ਆਪਣੀ ਰੈਗੂਲਰ ਬੇਲ ਅਪਲਾਈ ਕਰੇਗਾ। ਤੇ ਤੁਹਾਨੂੰ ਪਤਾ ਹੀ ਆ ਕਿ ਜਦੋਂ ਰੈਗੂਲਰ ਬੇਲ ਦੀ ਅਪਲਾਈ ਕੀਤਾ, ਕੋਰਟ 'ਚ ਪੇਸ਼ ਹੋਣਾ, ਕੋਰਟ 'ਚ ਪੇਸ਼ ਹੋਣ ਮੀਨਸ ਕਿ ਜੇਲ੍ਹ ਜਾਣਾ। ਲੇਕਿਨ ਬਿਕਰਮ ਮਜੀਠੀਆ ਦੇਖੀਏ ਤਾਂ ਉਹ ਤਾਂ ਬੜਕਾ ਮਾਰਦੇ ਪਏ ਨੇ, ਉਹ ਕਹਿੰਦੇ ਕਿ ਮੈਂ ਤਾਂ ਜਿੱਤ ਗਿਆ, ਮੇਰੀ ਜਿੱਤ ਹੋ ਗਈ ਕਿ ਮੇਰੇ ਤੇ ਰੰਜਿਸ਼ਨ ਪਰਚਾ ਦਰਜ ਕੀਤਾ ਗਿਆ। ਜੀ ਮੇਰੀ ਗੱਲ ਸੁਣੋ ਕਿ ਜਿਹੜੀ ਜੇਕਰ ਤੁਸੀਂ ਹਾਈ ਕੋਰਟ ਦਾ, ਮੈਂ ਤੁਹਾਨੂੰ ਉਦੋਂ ਪੜ੍ਹ ਕੇ ਵੀ ਸੁਣਾਇਆ ਸੀ, ਤੇ ਜੇ ਹਾਈ ਕੋਰਟ ਦੀ ਆਬਜ਼ਰਵੇਸ਼ਨ ਵੇਖੀਆਂ ਜਾਣ ਤੇ ਇਹਨਾਂ ਛਾਲਾਂ ਨੂੰ ਮੇਰੇ ਖਿਆਲ ਕਿ ਫਿਰ ਤੇ ਕੋਰਟ ਦੀ ਤੋਹੀਨ ਹੈ ਕਿ ਕੋਰਟ ਨੂੰ ਸਿੱਧਾ ਚੈਲੰਜ ਕਰ ਰਿਹਾ, ਜਦੋਂ ਕੋਰਟ ਨੇ ਕਹਿ ਦਿੱਤਾ ਕਿ ਇਹਦੇ ਅਗੇਂਸਟ ਸਫੀਸ਼ੀਐਂਟ ਐਵੀਡੈਂਸ ਆ ਤੇ ਇਸ ਲਈ ਮੈਂ ਦੀ ਬੇਲ ਰਿਜੈਕਟ ਕਰਦੇ ਆ। ਯਾਨੀ ਕਿ ਮਤਲਬ ਕਿ ਇਹਦੇ ਵਿੱਚ ਸਜ਼ਾ ਦਾ ਪ੍ਰਾਵਧਾਨ ਤੁਹਾਡੇ ਲਗਭਗ ਤੁਹਾਨੂੰ ਲੱਗਦਾ ਕਿ ਹੋਏਗਾ, ਭਾਵੇਂ ਡੇਟ ਅਗਲੀ ਪੈ ਗਈ ਹੈ, ਚੋਣਾਂ ਨਿਕਲ ਗਈਆਂ, ਜਾਂ ਫਿਰ ਕੋਰਟ ਨੇ ਚੋਣਾਂ ਕੱਢੀਆਂ ਨੇ ਕਿ ਬਾਈ ਚਾਂਸ ਅਗਰ ਵੈਂਡੇਟਾ ਹੋਊਗਾ ਤੇ ਟਾਈਮ ਦੇਤਾ। ਬਿਲਕੁਲ ਨਹੀਂ, ਵੈਂਡੇਟਾ ਹੈ ਨਹੀਂ। ਹਾਈ ਕੋਰਟ ਨੇ ਜੋ ਆਬਜ਼ਰਵੇਸ਼ਨ ਦਿੱਤੀਆਂ ਨੇ, ਵੈਂਡੇਟਾ ਕਿਹਨੂੰ ਕਹਿੰਦੇ ਨੇ? ਵੈਂਡੇਟਾ ਉਹਨੂੰ ਕਹਿੰਦੇ ਜਿਹਦੇ ਤੇ ਪੋਲੀਟੀਕਲ ਕੇਸ ਬਣਿਆ ਹੈ। ਵੈਂਡੇਟਾ ਉਹਨੂੰ ਨਹੀਂ ਕਿਹਾ ਜਾਂਦਾ ਕਿ ਜਿਹਦੇ 'ਚ ED ਦੀ ਇਨਕੁਆਇਰੀ ਹੋਈ ਹੋਏ, ਜਿਹਦੇ 'ਚ STF ਨੇ ਇਨਕੁਆਇਰੀ ਕੀਤੀ ਹੋਏ, ਜਿਹਦੇ 'ਚ ਲਿਖਿਆ ਗਿਆ ਹੋਏ ਕਿ ਜਿਹਦੇ 'ਚ ਐਵੀਡੈਂਸ ਆ ਜੇ ਕਿ ਇਹ ਇਹਨਾਂ ਬੰਦਿਆਂ ਨੂੰ ਮਿਲਿਆ, ਔਰ ਆਪ ਬੰਦਾ ਐਕਸੈਪਟ ਕਰੇ ਕਿ ਹਾਂ ਮੇਰੇ ਕੋਲ ਆਉਂਦੇ ਰਹੇ ਨੇ ਨਸ਼ਾ ਵੇਚਣ ਵਾਲੇ, ਤੇ ਇਹਦੇ 'ਚ ਵੈਂਡੇਟਾ ਕੀ ਹੈ ਜੀ? ਜਿਹੜੀ ਵੈਂਡੇਟਾ ਪੁਰਾਣਾ ਕੇਸ ਸੀਗਾ, ਅੱਜ ਦਾ ਕੇਸ ਨਹੀਂ ਸੀ। ਇਹ ਪੁਰਾਣਾ ਕੇਸ ਹੈ। ਕਈ ਕੇਸ 50-50 ਸਾਲ ਬਾਅਦ ਆ ਜਾਂਦੇ ਆ, ਜਿਹਨੂੰ ਬਲਾਈਂਡ ਮਰਡਰ ਕਹਿ ਦਿੰਦੇ ਆ, ਤੇ ਬਲਾਈਂਡ ਮਰਡਰ ਜਿਹੜਾ ਉਹ ਕੀਤਾ ਜਾ ਸਕਦਾ। ਤੇ ਇਹਦਾ ਕਿੰਨਾ ਪੁਰਾਣਾ ਕੇਸ ਹੈ? 2017-18 ਦਾ ਹੀ ਆ, ਤੇ ਉਹ ਕਿੰਨਾ ਕੁ ਪੁਰਾਣਾ? ਆਪ ਹੀ ਇਹਨਾਂ ਨੇ ਭੋਲਾ ਫੜਿਆ, ਭੋਲੇ ਨੇ ਸਟੇਟਮੈਂਟ ਦਿੱਤੀ ਕਿ ਸਾਡਾ ਜਿਹੜਾ ਲੀਡਰ ਆ ਉਹ ਬਿਕਰਮ ਮਜੀਠੀਆ ਸੀ, ਇਹਨਾਂ ਦੀ ਸਰਕਾਰ ਸੀ, ਇਹ ਆਪਣੇ ਮਿਨਿਸਟਰ ਦੇ ਅਗੇਂਸਟ, ਜਾਂ ਇਹਦੇ ਜੀਜਾ ਜੀ ਹੋਮ ਮਿਨਿਸਟਰ ਸੀਗੇ, ਤੇ ਉਹ ਕਦੀ ਕਹਿੰਦੇ ਕਿ ਆਪ ਹੀ ਇਹਨੂੰ ਇੰਟਰੋਗੇਟ ਕਰੋ, ਤੇ ਇਹਨਾਂ ਦੀ ਸਰਕਾਰ ਤੇ ਲੇਟ ਕਾਹਦੀ, ਡਿਲੇ ਤੇ ਸਾਡੀ, ਤੇ ਕੈਪਟਨ ਅਮਰਿੰਦਰ ਸਿੰਘ ਨੇ ਇਹਨੂੰ ਬਚਾ ਕੇ ਰੱਖਿਆ। ਹਨੀ ਨੂੰ ਗ੍ਰਿਫਤਾਰ ਕੀਤਾ ਗਿਆ, ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਕਿ ਉਹ ਕਿਹਾ ਜਾ ਰਿਹਾ ਕਿ ਚਰਨਜੀਤ ਸਿੰਘ ਚੰਨੀ ਅਗਲੇ ਜਿਹੜੇ ਹੋਣਗੇ ਉਹਨਾਂ ਦੀ ਗ੍ਰਿਫਤਾਰੀ ਹੋਏਗੀ? ਨਹੀਂ ਵੇਖੋ, ਬਿਲਕੁਲ ਜਿਹੜੀ ਤੁਸੀਂ ਗੱਲ ਕੀਤੀ ਆ, ਇਹਦੇ 'ਚ ਮੋਦੀ ਸਾਹਿਬ ਕੋਈ ਗੱਲ ਵੀ ਕਰ ਸਕਦੇ, ਮੈਨੂੰ ਵੀ ਅਰੈਸਟ ਕਰ ਸਕਦੇ ਆ, ਭਾਵੇਂ ਮੇਰੇ ਤੋਂ ਕੋਈ ਵੀ ਕੇਸ ਨਹੀਂ। ਤੇ ਇਹ ਜਿਹੜੀ ਇਹਨੂੰ ਵੈਂਡੇਟਾ ਕਹਿੰਦੇ ਆ, ਜਿਹੜੀ ਤੁਸੀਂ ਉਹਨਾਂ ਤੋਂ ਪਹਿਲਾਂ ਇੱਕਦਮ ED ਦੀ ਐਂਟਰੈਂਸ, ਇਹਦਾ ਜਵਾਬ ਦੇਣ ਲੱਗਾ। ਮੈਨੂੰ ਇੱਕ ਚੀਜ਼ ਦਾ ਮੈਂ ਤੁਹਾਡੇ ਰਾਹੀਂ ਪੁੱਛਣਾ ਚਾਹੁੰਦਾ, ED ਦਾ ਕੇਸ ਬਿਕਰਮ ਮਜੀਠੀਆ ਤੇ ਆ, ਬਿਕਰਮ ਮਜੀਠੀਆ ਦੀ ਬਣਦੀ ਆ, ਤੇ ਜੇ ਪ੍ਰਧਾਨ ਮੰਤਰੀ ਸਾਹਿਬ ਇੰਨੇ ਦੇਸ਼ ਭਗਤ ਨੇ ਤੇ ਇਹਦਾ ਜਵਾਬ ਦੇ ਦੇਣ। ED ਜੇ ਏਡੀ ਪਾਕ ਸਾਫ ਆ, ਫਿਰ ਉਹ ਵੀ ਦੱਸ ਦਵੇ ਕਿ ਬਿਕਰਮ ਕਿਉਂ ਨਹੀਂ ਕੀਤਾ। ED ਦੇ ਕੇਸ ਕੈਪਟਨ ਅਮਰਿੰਦਰ ਸਿੰਘ ਤੇ ਵੀ ਆ, ਤੇ ED ਉਦੋਂ ਹੀ ਕਿਉਂ ਪਾਉਂਦੀ ਆ ਇਲੈਕਸ਼ਨਾਂ ਦੇ ਵਿੱਚ? ਮਮਤਾ ਬੈਨਰਜੀ ਤੇ ਵੀ ਆਈ ਸੀ ED, ਸਟਾਲਿਨ ਜਿਹੜਾ ਤਾਮਿਲਨਾਡੂ ਦਾ ਚੀਫ ਮਿਨਿਸਟਰ, ਉਹਦੇ ਪਰਿਵਾਰ ਨੂੰ ਵੀ ਫੜਿਆ ਸੀ, ਤੇ ਇਹਦੇ 'ਚ ਇਹਨੂੰ ਵੀ ਫੜ ਲੈਣ। ਮੈਨੂੰ ਲੱਗਦਾ ਕਿ BJP ਇਹ ਹੱਥਕੰਡਾ ਅਪਣਾਉਂਦੀ ਜਿਹੜੇ ਸੂਬੇ 'ਚ ਚੋਣਾਂ। ਮੈਂ ਕਿਹਾ ਜੀ ਤੁਹਾਡਾ ਚੈਨਲ ਅੱਜ ਬੋਲੇਗਾ ਅਗੇਂਸਟ, ਬੋਲੋ ਠੋਕ ਕੇ ਅਗੇਂਸਟ, ਤੇ ਚੈਨਲਾਂ ਤੇ ED ਦੇ ਰੇਡ ਨਹੀਂ ਹੋਏ, ਅਖਬਾਰਾਂ ਵਾਲੇ ਤੇ ED ਦੇ ਰੇਡ ਨਹੀਂ ਹੋਏ। ਇਹ ਤੇ ਡੈਮੋਕ੍ਰੇਸੀ ਦਾ ਗਲਾ ਦਬਾ ਰਹੇ ਨੇ, ਇਹ ਵੈਂਡੇਟਾ ਕਰ ਰਹੀ ਆ BJP ਦੀ ਗਵਰਨਮੈਂਟ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਕਿ ਮੈਂ ਕਾਂਗਰਸ ਨਹੀਂ ਜਿੱਤਣ ਦੇਣੀ, ਕਾਂਗਰਸ ਮੈਂ ਹਰਾਣੀ ਹੈ, ਤੇ ਨਿੱਜੀ ਤੌਰ ਤੇ ਤਾਂ ਮੈਂ ਨਵਜੋਤ ਸਿੰਘ ਸਿੱਧੂ ਨੂੰ ਹਰਾਊਂਗਾ। ਕੈਪਟਨ ਸਾਹਿਬ ਨੂੰ ਚਲੋ ਉਹਨਾਂ ਦੇ ਬਾਰੇ ਮੈਂ ਬੋਲਣਾ ਨਹੀਂ ਚਾਹੁੰਦਾ, ਕਿਉਂਕਿ ਬਜ਼ੁਰਗ ਨੇ ਮੇਰੇ, ਮੈਂ ਉਹਦੇ ਬਾਰੇ ਬਹੁਤਾ ਕੁਝ ਕਹਿਣਾ ਨਹੀਂ ਚਾਹੁੰਦਾ। ਜੇ ਉਹਨਾਂ 'ਚ ਤੁਸੀਂ ਪੂਰਾ ਮੋਢੇ ਨਾਲ ਮੋਢਾ ਲਾਇਆ ਸੀ, ਮਜੈਲੀਆਂ ਨੇ ਉਹਨਾਂ ਨੂੰ ਕੁਰਸੀ ਤੇ ਪਾਇਆ ਸੀ। ਜਿੰਨਾ ਕੈਪਟਨ ਅਮਰਿੰਦਰ ਸਿੰਘ ਕੇ ਜਿਹੜੇ ਨੇ ਅਨਰਿਲਾਇਬਲ ਬੰਦੇ, ਬੇਤਬਾਰਾ, ਉਹਨਾਂ ਕੋਈ ਨਹੀਂ। ਜਿਸ ਬੰਦੇ ਨੇ ਉਸ ਬੰਦੇ ਦਾ ਸਾਥ ਦਿੱਤਾ, ਸਭ ਤੋਂ ਪਹਿਲਾਂ ਉਸੇ ਬੰਦੇ ਦੀ ਪਿੱਠ 'ਚ ਛੁਰਾ ਮਾਰਿਆ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨਾ ਕਿ ਕਈਆਂ ਮੇਰੇ ਪਿੱਠ 'ਚ ਛੁਰਾ ਮਾਰਿਆ, ਅਸੀਂ ਆਪਣੀ ਪਿੱਠ 'ਚ ਲੱਭਦੇ ਹਾਂ ਕਿ ਇੰਨੇ ਕਿ ਕੈਪਟਨ ਦੇ ਛੁਰੇ ਨੇ ਕਿ ਕਿੱਥੇ ਹੱਥ ਲਈਏ ਉੱਥੇ ਜ਼ਖਮ ਨੇ। ਦੁੱਖ ਹੁੰਦਾ, ਮਲਾਲ ਹੁੰਦਾ ਕਿ ਇੰਨਾ ਸਾਥ ਦਿੱਤਾ
ਮੇਰਾ ਖਿਆਲ ਸ਼ਰਮ ਆਉਂਦੀ ਆ। ਮਲਾਲ ਹੋਰ ਚੀਜ਼ ਹੁੰਦੀ ਆ, ਸ਼ਰਮ ਆਉਂਦੀ ਆ ਕਿ ਅਸੀਂ ਇਸ ਬੰਦੇ ਦਾ ਸਾਥ ਦਿੱਤਾ ਤੇ ਇਹਦੇ ਨਾਲ ਅਸੀਂ ਚੱਲੇ। ਕੈਪਟਨ ਸਾਹਿਬ ਕਹਿੰਦੇ ਨੇ ਕਿ ਮੀਰਾ ਰੰਧਾਵਾ ਨੇ ਕੀ ਸਾਥ ਦਿੱਤਾ। ਇੱਕ ਦੋ ਚੀਜ਼ਾਂ ਅੱਜ ਦੱਸ ਦਿਓ, ਅਸੀਂ ਵੀ ਪਹੁੰਚਾ ਦਾਂਗੇ ਉਹਨਾਂ ਤੱਕ ਕਿ ਉਹ ਕਹਿੰਦੇ ਨੇ ਕਿ ਮੈਨੂੰ ਰੰਧਾਵਾ ਦੱਸਣ ਮੇਰਾ ਕਿੰਨਾ ਸਾਥ ਦਿੱਤਾ, ਕਿੱਥੇ ਦਿੱਤਾ। ਇੱਕ ਪ੍ਰੈਸ ਕਾਨਫਰੰਸ ਉਹਨਾਂ ਦੀ। ਮੈਂ ਉਹਨਾਂ ਨੂੰ ਕਹਿੰਦਾ ਕਿ ਉਹ ਮੇਰੇ ਸਾਹਮਣੇ ਬੈਠ ਕੇ ਤੁਹਾਡੇ ਚੈਨਲ ਤੇ ਆ ਜਾਣ। ਜਿਸ ਦਿਨ ਇਹਨਾਂ ਨੂੰ ਪ੍ਰਧਾਨ ਬਣਾਉਣਾ ਸੀ ਉਸ ਦਿਨ ਸੋਨੀਆ ਗਾਂਧੀ ਜੀ ਨੇ ਕਿਹਾ ਕਿ ਮੈਂ ਇਹਨੂੰ ਪ੍ਰੈਜ਼ੀਡੈਂਟ ਨਹੀਂ ਬਣਾਵਾਂਗੀ। ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖ ਸਰਕਾਰੀਆ, ਸੁਖਜਿੰਦਰ ਸਿੰਘ ਰੰਧਾਵਾ ਔਰ ਅਸੀਂ 2-3 ਹੋਰ ਸੀਗੇ। ਮੈਂ ਉਸ ਟਾਈਮ ਕਿਹਾ ਸੀ ਕਿ ਜੇ ਤੁਸੀਂ ਉਹਨਾਂ ਨੂੰ ਨਹੀਂ ਬਣਾਵੋਗੇ ਤੇ ਅਸੀਂ ਹੱਥ ਜੋੜ ਦਿੰਦੇ ਹਾਂ ਜੀ, ਕਾਂਗਰਸ ਨਹੀਂ ਜਿੱਤਦੀ, ਅਸੀਂ ਕਾਂਗਰਸ ਨੂੰ ਛੱਡ ਨਹੀਂ ਸਕਦੇ, ਆਪਣੇ ਘਰ ਬਹਿ ਜਾਾਂਗੇ। ਕੈਪਟਨ ਅਮਰਿੰਦਰ ਸਿੰਘ ਨੂੰ ਇਹ ਯਾਦ ਆ ਔਰ ਮੈਨੂੰ ਇਹ ਵੀ ਯਾਦ ਆ, ਮੇਰੇ ਘਰੇ 69 ਸੈਕਟਰ 'ਚ ਬੈਠ ਕੇ ਕੈਪਟਨ ਅਮਰਿੰਦਰ ਸਿੰਘ ਨੇ, ਅਸੀਂ ਸਿਰਫ 14 ਬੰਦੇ ਇਹਨਾਂ ਦੇ ਨਾਲ ਖੜੇ ਸੀਗੇ, ਹੋਰ ਇਹਨੂੰ ਸਾਰੇ ਛੱਡ ਗਏ ਸੀ ਤੇ ਹੋਰ ਇਹਦਾ ਕੀ ਸਾਥ ਦਿੰਦੇ। ਪੂਰਾ ਮੋਢੇ ਨਾਲ ਮੋਢਾ ਲਾਤਾ ਸੀ। ਮੋਢੇ ਨਾਲ ਮੋਢਾ ਨਹੀਂ, ਪ੍ਰਧਾਨ ਅਸੀਂ ਬਣਾਇਆ। ਜਿਹੜੇ ਅਸੀਂ 4-5 ਨੇ ਬਾਅਦ 'ਚ ਛੱਡਿਆ ਤੇ ਸਾਡਾ ਨੇ ਛੱਡਿਆ ਕੀ ਸੀ, ਮੁੱਖ ਮੰਤਰੀ ਅਸੀਂ ਬਣਾਉਣ ਵਾਲੇ। ਜਿਹਨੂੰ ਮਾਝਾ ਬ੍ਰਿਗੇਡ ਰੌਲੀ ਪੈਂਦੀ ਸੀ, ਮਾਝਾ ਬ੍ਰਿਗੇਡ ਨੇ ਇਹਨੂੰ ਬਣਾਇਆ ਤੇ ਸਭ ਤੋਂ ਪਹਿਲਾਂ ਇਹਨਾਂ ਮਾਝਾ ਬ੍ਰਿਗੇਡ ਨੂੰ ਇਹਨੂੰ ਇੱਕ ਸਾਡੇ MLA ਇਹਦੇ ਅਗੇਂਸਟ ਹੋ ਗਿਆ ਸੀ, ਕਿਸੇ ਇਲੈਕਸ਼ਨ 'ਚੋਂ ਹਾਰ ਗਿਆ ਸੀ ਤਾਂ ਅਸੀਂ ਸਾਰੇ ਇਕੱਠੇ ਹੋਏ ਤੇ ਉਸ ਵੇਲੇ ਇਹਨਾਂ ਕੈਪਟਨ ਸਾਹਿਬ ਕਹਿੰਦੇ ਕੀ ਹਾਲ ਹੈ ਜੀ, ਕਹਿੰਦੇ ਜੀ ਜਾਓ ਜੀ ਤੁਸੀਂ ਤੇ ਬੱਚੇ ਖਾਣੇ ਸਾਪਿਓ, ਇਹ ਕਿਹਾ ਸੀ, ਇਹ ਵਰਡ ਕੇ ਸੀ। ਤੇ ਹੁਣ ਮੁੱਖ ਮੰਤਰੀ ਦੀ ਲੜਾਈ ਚੱਲਦੀ ਵੀ 6 ਤਰੀਕ ਨੂੰ ਰਾਹੁਲ ਗਾਂਧੀ ਆ ਰਹੇ ਨੇ, ਤੇ ਕੀ ਲੱਗਦਾ ਤੁਸੀਂ ਨਿੱਜੀ ਤੌਰ ਤੇ ਕਿਹਨੂੰ ਮੰਨਦੇ ਹੋ ਕਿ ਮੁੱਖ ਮੰਤਰੀ ਦਾ ਚਿਹਰਾ ਹੋਣਾ ਚਾਹੀਦਾ? ਉਹਨਾਂ ਨੇ ਜੋ ਸਾਡੀ ਸਲਾਹ ਲਈ ਆ ਅਸੀਂ ਉਹਨਾਂ ਨੂੰ ਆਪਣੀ ਦੇ ਦਿੱਤੀ ਆ, ਉਹਦੇ ਤੋਂ ਪਹਿਲਾਂ ਬੋਲਣਾ ਠੀਕ ਨਹੀਂ ਲੱਗਦਾ। ਤੇ ਸੁਨੀਲ ਜਾਖੜ ਦਾ ਇੱਕ ਦੋ ਸਵਾਲ ਨੇ ਕਿ ਸੁਨੀਲ ਜਾਖੜ ਕਹਿੰਦੇ ਮੈਨੂੰ 42 ਜਿਹੜੇ ਮੈਂ ਹੁਣ ਤਾਂ ਸੰਨਿਆਸ ਸਮਝੋ ਮੇਰਾ ਹੋ ਗਿਆ। ਇਹ ਸੰਨਿਆਸ ਤੇ ਕਦੇ ਵੀ ਨਹੀਂ ਹੁੰਦਾ ਕਿਉਂਕਿ ਐਕਟਿਵ ਪੋਲਿਟਿਕਸ ਉਹਨਾਂ ਨੇ ਕਿਹਾ ਕਿ ਮੈਂ ਨਹੀਂ ਰਹੂੰਗਾ। ਨਹੀਂ, ਵੇਖੋ ਤੇ ਕਿਸੇ ਦੀ ਮਰਜ਼ੀ ਆ ਕਿ ਮੇਰੇ ਫਾਦਰ 97 ਚ ਇਲੈਕਸ਼ਨ ਛੱਡ ਕੇ ਮੈਨੂੰ ਲੜਾਈ ਸੀ, ਉਹਨਾਂ ਨੇ ਐਕਟਿਵ ਪੋਲਿਟਿਕਸ ਤੋਂ ਸੰਨਿਆਸ ਲੈ ਲਿਆ ਸੀ, ਇਹ ਤਾਂ ਆਪਣੀ ਮਰਜ਼ੀ ਹੁੰਦੀ। ਸੁਖਜਿੰਦਰ ਰੰਧਾਵਾ ਸੰਤੁਸ਼ਟ ਨੇ ਕਿ ਇੰਨਾ ਸਮਾਂ ਮਿਲਿਆ ਗ੍ਰਹਿ ਮੰਤਰੀ, ਉਸ ਤੋਂ ਬਾਅਦ ਡਿਵੈਲਪਮੈਂਟ, ਅਗਰ ਤੁਹਾਡੇ ਹਲਕੇ ਦੀ ਗੱਲ ਕਰੀਏ ਕਿ ਸੰਤੁਸ਼ਟ ਹੋ, ਲੋਕਾਂ ਦਾ ਪਿਆਰ ਮਿਲਦਾ ਕਿਉਂਕਿ 5 ਪਾਰਟੀਆਂ ਨੇ ਮੈਦਾਨ ਦੇ ਵਿੱਚ ਤੁਹਾਡੇ ਹਲਕੇ ਵਿੱਚ ਵੀ। ਇਹ ਤੇ ਤੁਸੀਂ ਚੈਨਲ ਵਾਲੇ ਵੇਖੋਗੇ ਕਿ ਪਿੰਡਾਂ 'ਚ ਜਿਹੜਾ ਵਿਕਾਸ ਹੋਇਆ, ਤੁਸੀਂ ਲੋਕਾਂ ਦੀ ਆਖਿਓ ਤੇ ਕਾਨਿਓ ਤੇ ਤੁਸੀਂ ਦੱਸ ਸਕਦੇ ਹੋ ਕਿ ਪਿੰਡਾਂ 'ਚ ਸ਼ੀਸ਼ਾ ਵੇਖਦਾ ਕਿ ਇੱਕ ਵਾਰੀ ਸੋਚਦਾ ਕਿ ਹਾਂ ਮੈਂ ਸਾਰੇ ਕੰਮ ਕੀਤੇ ਨੇ, ਮੈਂ ਸੰਤੁਸ਼ਟ ਹਾਂ, ਮੈਂ ਆਪਣੇ ਨੂੰ 10 ਨੰਬਰ। ਅਜੇ ਪੂਰਾ ਸੰਤੁਸ਼ਟ ਨਹੀਂ, ਅਜੇ ਮੈਂ 70% ਆਪਣੇ ਇਲਾਕੇ ਦੀ ਡਿਵੈਲਪਮੈਂਟ ਕਰ ਸਕਿਆ ਔਰ ਜਿਹੜੇ ਮੇਜਰ ਪ੍ਰੋਜੈਕਟ ਸੀਗੇ ਉਹ ਮੈਂ ਕਰਤੇ, ਸਕੂਲ, ਕਾਲਜ, ਹਸਪੀਟਲ, ਇਹਨਾਂ ਚੀਜ਼ਾਂ 'ਚ ਮੇਰੀ ਪੂਰੀ ਸੰਤੁਸ਼ਟੀ ਆ ਔਰ ਮੈਂ ਆਪਣੇ ਇਲਾਕੇ ਲਈ ਪੂਰਾ ਕੰਮ ਕੀਤਾ। ਲਾਅ ਐਂਡ ਆਰਡਰ ਦੁਬਾਰਾ ਮੌਕਾ ਮਿਲਦਾ ਤੇ ਕੀ ਸੁਧਾਰ ਕਰਨਾ ਚਾਹੋਗੇ ਪੰਜਾਬ ਦੇ ਵਿੱਚ ਮੁੱਢਲੇ ਤੌਰ ਤੇ? ਅਜੇ ਪਹਿਲਾਂ ਆਉ ਲੈਣ ਦਿਓ ਕਿ ਕਿਹੜੇ ਡਿਪਾਰਟਮੈਂਟ ਆਉਂਦੇ ਨੇ, ਉਹਦੇ ਬਾਅਦ ਫਿਰ ਦੱਸਾਂਗੇ। ਚਲੋ, ਬੈਸਟ ਵਿਸ਼ੇਸ ਜੀ। ਤੇ ਬਿਲਕੁਲ ਇਹ ਸੀ ਸੁਖਜਿੰਦਰ ਸਿੰਘ ਰੰਧਾਵਾ ਜਿਨ੍ਹਾਂ ਨੇ ਖੁੱਲ ਕੇ ਗੱਲ ਕੀਤੀ ਹੈ ਤੇ ਚਾਹੇ ਉਹ ਕੇਸਾਂ ਹੋਣ ਈਡੀ ਦੇ, ਭਾਵੇਂ ਮਜੀਠੀਆ ਦੇ, ਭਾਵੇਂ ਚਰਨਜੀਤ ਸਿੰਘ ਚੰਨੀ ਦੇ, ਖੁੱਲ ਕੇ ਦੱਸਿਆ ਤੇ ਉਹਨਾਂ ਨੇ ਕਿਹਾ ਕਿ ਇਸ ਵਾਰ ਫਿਰ ਕਾਂਗਰਸ ਵੱਡੇ ਪੱਧਰ ਦੇ ਉੱਪਰ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਜਾ ਰਹੀ ਹੈ। ਕੈਮਰਾਮੈਨ ਮੁਕੁਲ ਦੇ ਨਾਲ ਤਪਨ ਮਲਹੋਤਰਾ ਦਾ ਸਮਰ ਨਿਊਜ਼।